ਨਤੀਜਿਆਂ ਤੋਂ ਪਹਿਲਾਂ ਅਕਾਲੀ ਦਲ ਦਾ ਬੀਜੇਪੀ ਤੇ ਵੱਡਾ ਇਲਜ਼ਾਮ। ਚੰਦੂਮਾਜਰਾ ਬੋਲੇ, ਪੰਜਾਬ ਨੂੰ ਕੇਂਦਰ ਸ਼ਾਸਿਤ ਸੂਬਾ ਬਣਾਉਣ ਵੱਲ ਵੱਧ ਰਹੀ ਹੈ ਭਾਜਪਾ। ਬੀਐਸਐਫ ਤੋਂ ਲੈ ਕੇ ਬੀਬੀਐਮਬੀ ਤੱਕ ਦੇ ਫੈਸਲਿਆਂ ਦੀ ਦਿੱਤੀ ਮਿਸਾਲ। ਪੁਰਾਣੇ ਸਾਥੀ ਅਕਾਲੀ ਦਲ ਨਾਲ ਹੱਥ ਮਿਲਾ ਸਕਦੀ ਹੈ ਬੀਜੇਪੀ। ਫਤਿਹਜੰਗ ਬਾਜਵਾ ਬੋਲੇ, ਜੇ ਅਕਾਲੀਆਂ ਦੀਆਂ ਆਈਆਂ 35 ਸੀਟਾਂ ਦਾ ਗੱਠਜੋੜ ਦੀ ਸੰਭਾਵਨਾ। ਨਿਊਜ਼ 18 ਤੇ ਬੋਲੇ ਵਲਟੋਆ, ਹਾਲਾਤਾਂ ਮੁਤਾਬਕ ਹੋ ਸਕਦਾ ਹੈ ਅਲਾਇੰਸ। ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਬਿਆਨ, ਕਿਹਾ ਪੰਜਾਬ 'ਚ ਬੀਜੇਪੀ ਨੇ ਸਰਕਾਰ ਬਣਾਉਣ ਲਈ ਲੜੀ ਹੈ ਚੋਣ, ਗੱਠਜੋੜ ਦਾ ਅੱਜ ਸਵਾਲ ਨਹੀਂ। ਖਾਰਕਿਵ 'ਚ ਫਸੇ ਭਾਰਤੀ ਨਾਗਰਿਕਾਂ ਲਈ ਰੱਖਿਆ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ। ਜ਼ਰੂਰੀ ਕਾਗਜ਼ਾਤ, ਪਾਸਪੋਰਟ, ਦਵਾਈਆਂ, ਗਰਮ ਕੱਪੜੇ ਨਾਲ ਰੱਖੋ, ਮੋਬਾਈਲ 'ਚੋਂ ਬੇਕਾਰ ਐਪਸ ਡਿਲੀਟ ਕਰੋ। ਭਾਰਤ ਸਰਕਾਰ ਦੇ ਆਪਰੇਸ਼ਨ ਗੰਗਾ ਤੇ ਵਿਦੇਸ਼ ਮੰਤਰਾਲੇ ਦਾ ਬਿਆਨ, ਕਿਹਾ ਹੁਣ ਤੱਕ 18,000 ਭਾਰਤੀ ਛੱਡ ਚੁੱਕੇ ਨੇ ਯੂਕਰੇਨ। 15 ਸਪੈਸ਼ਲ ਜਹਾਜ਼ਾਂ ਰਾਹੀਂ ਇੱਕ ਦਿਨ 'ਚ 3,000 ਭਾਰਤੀ ਲਿਆਂਦੇ ਵਾਪਸ। ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ। ਵਾਰਾਣਸੀ 'ਚ ਕੀਤੀ ਮੁਲਾਕਾਤ, ਕਿਹਾ ਕੁਝ ਵਿਦਿਆਰਥੀਆਂ ਦਾ ਗੁੱਸਾ ਵੀ ਸੁਭਾਵਿਕ, ਪਰ ਸਮੇਂ ਦੇ ਹਿਸਾਬ ਨਾਲ ਉਹ ਵੀ ਸਮਝਣਗੇ ਸਰਕਾਰ ਵੱਲੋਂ ਕੀਤੀਆਂ ਕੋਸ਼ਿਸ਼ਾਂ। ਰੂਸ ਨੇ ਯੂਕਰੇਨ ਤੇ ਤੇਜ਼ ਕੀਤੇ ਹਮਲੇ, ਹੁਣ ਰਿਹਾਇਸ਼ੀ ਇਲਾਕਿਆਂ ਨੂੰ ਵੀ ਕੀਤਾ ਜਾ ਰਿਹਾ ਟਾਰਗੇਟ। ਕਿਤੇ ਉਡਾਏ ਬ੍ਰਿਜ ਤਾਂ ਕਿਤੇ ਉਡਾਏ ਤੇਲ ਦੇ ਡਿਪੂ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਰੂਸ ਨੂੰ ਦਿੱਤੀ ਚੇਤਾਵਨੀ, ਕਿਹਾ ਰੂਸ ਨੂੰ ਕਰਨੀ ਹੋਏਗੀ ਨੁਕਸਾਨ ਦੀ ਭਰਪਾਈ, ਦੁਬਾਰਾ ਸਿਰਜਾਂਗੇ ਹਰ ਸ਼ਹਿਰ ਤੇ ਹਰ ਘਰ। ਤੇ ਬਨੂੜ 'ਚ ਇੱਕ ਸ਼ਰਾਬ ਫੈਕਟਰੀ ਤੇ ਇਨਕਮ ਟੈਕਸ ਦੀ ਰੇਡ, ਫੈਕਟਰੀ ਨੂੰ ਸੀਲ ਕਰਕੇ ਕੀਤੀ ਜਾ ਰਹੀ ਹੈ ਪੜਤਾਲ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਬਿਗ ਫਾਈਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। 10 ਮਾਰਚ ਨੂੰ ਨਤੀਜੇ ਆਉਣੇ ਨੇ, ਪਰ ਉਸ ਤੋਂ ਪਹਿਲਾਂ ਹੀ ਸੰਭਾਵੀ ਗੱਠਜੋੜ ਨੂੰ ਲੈ ਕੇ ਚਰਚਾਵਾਂ ਹੋਣ ਲੱਗੀਆਂ ਨੇ। ਬੀਜੇਪੀ ਤੇ ਅਕਾਲੀ ਦਲ ਦੇ ਆਗੂ ਗੱਠਜੋੜ ਦੇ ਸੰਕੇਤ ਤੱਕ ਦੇਣ ਲੱਗ ਪਏ ਨੇ। ਰਿਪੋਰਟ ਦਿਖਾਉਣੀ ਹੈ। ਕਿ ਮੁੜ ਹੋਵੇਗਾ ਗੱਠਜੋੜ, ਅਕਾਲੀ ਬੀਜੇਪੀ ਹੋਣਗੇ ਇੱਕ, ਰਿਸ਼ਤਿਆਂ ਦੇ ਵਿੱਚ ਦਰਾਰ ਹੋਵੇਗੀ ਦੂਰ। ਜੀ ਹਾਂ, ਚੋਣਾਂ ਖਤਮ ਹੋ ਚੁੱਕੀਆਂ ਨੇ ਤੇ ਨਤੀਜਿਆਂ ਦਾ ਇੰਤਜ਼ਾਰ ਹੈ। ਕਿਆਸ ਲਾਏ ਜਾ ਰਹੇ ਨੇ, ਸਿਆਸੀ ਮਾਹਰ ਤੇ ਸਿਆਸਤਦਾਨ ਹੰਗ ਅਸੈਂਬਲੀ ਆਉਣ ਦੇ ਖਦਸ਼ੇ ਪ੍ਰਗਟਾ ਰਹੇ ਨੇ। ਇਸ ਵਿਚਾਲੇ ਸਵਾਲ ਉੱਠ ਰਹੇ ਨੇ, ਬੀਜੇਪੀ ਅਕਾਲੀ ਦਲ ਮੁੜ ਤੋਂ ਗੱਠਜੋੜ ਕਰਨਗੇ। ਕਰੀਬ 2.5 ਦਹਾਕੇ ਮਿਲ ਕੇ ਚੋਣਾਂ ਲੜਨ ਵਾਲੇ ਅਕਾਲੀ ਦਲ ਤੇ ਬੀਜੇਪੀ ਇਸ ਵਾਰ ਵੱਖ-ਵੱਖ ਚੋਣ ਲੜਨ ਦੇ ਲਈ ਮੈਦਾਨ ਦੇ ਵਿੱਚ ਉਤਰੇ ਸਨ, ਪਰ ਦੋਵਾਂ ਦੇ ਇੱਕ ਦੂਜੇ ਪ੍ਰਤੀ ਸੁਰ ਜ਼ਿਆਦਾ ਤਿੱਖੇ ਨਹੀਂ ਹੋਏ। ਕਾਂਗਰਸ ਚੋਂ ਬੀਜੇਪੀ ਵਿੱਚ ਗਏ ਫਤਿਹਜੰਗ ਬਾਜਵਾ ਤੋਂ ਗੱਠਜੋੜ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਸੀਟਾਂ ਦੇ ਜੋੜ ਘਟਾਓ ਕਰਦਿਆਂ ਮੁੜ ਤੋਂ ਗੱਠਜੋੜ ਹੋਣ ਦੀ ਸੰਭਾਵਨਾ ਜਤਾਈ ਹੈ। ਮੈਂ ਵੀ ਅੰਦਾਜ਼ੇ ਲਾਈ ਜਾਵਾਂ, ਇਹ 10 ਤਰੀਕ ਨੂੰ ਤੁਹਾਨੂੰ ਨਜ਼ਰ ਆ ਜਾਣਾ। ਮੈਂ ਸਮਝਦਾ 15 ਤੋਂ 22 ਸੀਟਾਂ ਬੀਜੇਪੀ ਔਰ 35 ਸੀਟਾਂ ਜੇ ਅਕਾਲੀ ਲੈ ਜਾਂਦੇ ਨੇ ਤੇ ਗਠਬੰਧਨ ਬਣ ਸਕਦਾ। ਜਦੋਂ ਨਿਊਜ਼ 18 ਨੇ ਅਕਾਲੀ ਦਲ ਤੋਂ ਗੱਠਜੋੜ ਬਾਰੇ ਪੁੱਛਿਆ ਤਾਂ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਬਸਪਾ ਦੇ ਨਾਲ ਉਹਨਾਂ ਦੇ ਗੱਠਜੋੜ ਦੀ ਪੂਰਨ ਬਹੁਮਤ ਦੀ ਸਰਕਾਰ ਆਵੇਗੀ, ਪਰ ਇਹ ਸੰਕੇਤ ਵੀ ਦਿੱਤੇ ਕਿ ਜੇਕਰ ਜ਼ਰੂਰਤ ਪਈ ਤੇ ਹਾਲਾਤਾਂ ਦੇ ਮੁਤਾਬਕ ਬੀਜੇਪੀ ਨਾਲ ਵੀ ਅਲਾਇੰਸ ਹੋ ਸਕਦਾ ਹੈ। ਹੁਣ ਜਿੱਥੋਂ ਤੱਕ ਕੀ ਹਾਲਾਤ ਬਣਦੇ ਨੇ ਇਹ 10 ਤਰੀਕ ਤੋਂ ਬਾਅਦ ਪਤਾ ਲੱਗੂਗਾ, ਔਰ ਸਾਨੂੰ ਪੂਰਨ ਆਸ ਹੈ, ਜਿਸ ਤਰ੍ਹਾਂ ਦੇ ਸਾਡੇ ਕੋਲ ਰਿਪੋਰਟਾਂ ਆ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ 'ਚ ਬਹੁਮਤ ਦੇ ਨਾਲ ਸਰਕਾਰ ਬਣਾਊਗਾ, ਔਰ ਗਠਬੰਧਨ ਸਾਡਾ ਬੀਐਸਪੀ ਦੇ ਨਾਲ ਹੈ, ਬਹੁਜਨ ਸਮਾਜ ਪਾਰਟੀ ਦੇ ਨਾਲ ਹੈ, ਔਰ ਸਾਡੀ ਬਹੁਤ ਵਧੀਆ ਜਿਹੜੀ ਹੈ ਬਹੁ ਗਿਣਤੀ ਦੇ ਨਾਲ ਸਰਕਾਰ ਬਣਦੀ ਹੋਈ ਨਜ਼ਰ ਆ ਰਹੀ ਹੈ। ਅੰਦਾਜ਼ੇ ਲੱਗ ਰਹੇ ਨੇ, ਕਈ ਲੀਡਰ ਖੁੱਲ੍ਹ ਕੇ ਬੋਲ ਰਹੇ ਨੇ ਤਾਂ ਕਈ ਆਪਣਾ ਪੱਖ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਰੱਖਣ ਤੋਂ ਬਚ ਰਹੇ ਨੇ। ਗੱਠਜੋੜ ਬਾਰੇ ਜਦੋਂ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਦਾ ਜਵਾਬ ਗੋਲਮੋਲ ਸੀ, ਪਰ ਉਹਨਾਂ ਨੇ ਬੀਜੇਪੀ ਦੀ ਸਰਕਾਰ ਬਣਨ ਦਾ ਦਾਅਵਾ ਜ਼ਰੂਰ ਕੀਤਾ। ਪੰਜਾਬ ਦੇ ਲੋਕਾਂ ਨੇ, ਪੰਜਾਬੀਆਂ ਨੇ, ਪੰਜਾਬ ਦੇ ਵੋਟਰਾਂ ਨੇ ਜਿਸ ਖੁੱਲੇ ਮਨ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਤਿਆਸ਼ੀ ਸੀ, ਜਿਹੜੇ ਕੈਂਡੀਡੇਟ ਸੀ, ਉਹਨਾਂ ਦਾ ਸਮਰਥਨ ਕੀਤਾ, ਉਹ ਸਾਡਾ ਉਤਸ਼ਾਹ ਵਧਾਉਣ ਵਾਲਾ। ਔਰ ਤੁਸੀਂ ਪ੍ਰਣਾਮ ਤਾਂ 10 ਤਰੀਕ ਨੂੰ ਆਉਣਗੇ,
ਉਹ ਮੈਨੂੰ ਲੱਗਦਾ ਕਿ ਬੜੀ ਅਨੁਕੂਲਤਾ ਆਏਗੀ। परिणामां के अंदर भी जड़ा फीडबैक है वो दिखेगा। चुनाव जो लड़ा है बीजेपी ने, सरकार बनाने के लिए चुनाव लड़ा अपने सहयोगियों के साथ, और हम सरकार बनाएंगे। ਅਕਾਲੀ ਦਲ ਤੇ ਭਾਜਪਾ ਆਪਣੇ ਰਿਸ਼ਤੇ ਨੂੰ 9 ਮਾਸ ਦਾ ਰਿਸ਼ਤਾ ਦੱਸਦੇ ਸਨ, ਪਰ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਦੋਵੇਂ ਭਾਈਵਾਲ ਪਾਰਟੀਆਂ ਦੇ ਵਿੱਚ ਦਰਾਰ ਆ ਗਈ ਸੀ। ਸਿਆਸੀ ਮਾਹਰਾਂ ਦੇ ਅੰਦਾਜ਼ੇ ਹੰਗ ਸਰਕਾਰ ਵੱਲ ਨੇ ਤਾਂ ਇਸ ਵਿਚਾਲੇ ਸਵਾਲ ਇਹੀ ਹੈ ਕਿ ਜੇਕਰ ਇਹ ਅੰਦਾਜ਼ੇ ਸੱਚ ਹੋਏ ਤਾਂ ਫਿਰ ਦੋਵੇਂ ਭਾਈਵਾਲ ਪਾਰਟੀਆਂ ਇੱਕ ਹੁੰਦੀਆਂ ਨੇ ਜਾਂ ਫਿਰ ਨਹੀਂ। ਚੰਡੀਗੜ੍ਹ ਤੋਂ ਮਨੋਜ ਕੁਮਾਰ, ਨਿਊਜ਼ 18। ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਪਾਸੇ ਅਕਾਲੀ ਭਾਜਪਾ ਦੇ ਮੁੜ ਗੱਠਜੋੜ ਦੀਆਂ ਚਰਚਾਵਾਂ ਆ ਰਹੀਆਂ ਨੇ ਤਾਂ ਦੂਜੇ ਪਾਸੇ ਅਕਾਲੀ ਦਲ ਨੇ ਕੇਂਦਰ ਦੇ ਫੈਸਲਿਆਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। BSF ਤੋਂ ਲੈ ਕੇ BBMB ਤੱਕ ਲਏ ਗਏ ਕੇਂਦਰ ਦੇ ਫੈਸਲਿਆਂ ਨੂੰ ਅਕਾਲੀ ਦਲ ਨੇ ਪੰਜਾਬ ਵਿਰੋਧੀ ਦੱਸਿਆ। ਇੱਕ ਪਾਸੇ ਅਕਾਲੀ ਭਾਜਪਾ ਦੇ ਮੁੜ ਰਲੇਵਾਂ ਕਰਨ ਦੀਆਂ ਕਿਆਸਰਾਈਆਂ ਤੇਜ਼ ਹੋ ਗਈਆਂ ਨੇ। ਦੋਵੇਂ ਪਾਰਟੀਆਂ ਦੇ ਆਗੂ ਗੱਠਜੋੜ ਨੂੰ ਹਾਂ ਪੱਖੀ ਹੁੰਗਾਰਾ ਦੇ ਰਹੇ ਨੇ, ਪਰ ਚੋਣਾਂ ਦੇ ਨਤੀਜਿਆਂ ਤੋਂ ਐਨ ਪਹਿਲਾਂ ਅਕਾਲੀ ਦਲ ਨੇ ਭਾਜਪਾ ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਕੇਂਦਰ ਪੰਜਾਬ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਵੱਲ ਵੱਧ ਰਿਹਾ ਹੈ। ਸੰਕੇਤ ਆ ਕਿ ਪੰਜਾਬ ਨੂੰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਵੱਲ ਕੇਂਦਰ ਜਾ ਰਹੀ ਆ। ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਨੇ ਪਹਿਲਾਂ BSF ਦਾ ਦਾਇਰਾ ਵਧਾਇਆ, ਫਿਰ ਚੰਡੀਗੜ੍ਹ ਦੇ 60-40 ਵਾਲੀ ਰੇਸ਼ੋ ਤੇ ਫੈਸਲਾ ਬਦਲਿਆ ਤੇ ਹੁਣ BBMB ਦਾ ਮਸਲਾ। ਚੰਦੂਮਾਜਰਾ ਨੇ ਕੇਂਦਰ ਤੇ ਪੰਜਾਬ ਦੇ ਹੱਕ ਹੋਣ ਦੇ ਇਲਜ਼ਾਮ ਲਾਏ। ਚੰਡੀਗੜ੍ਹ ਦੇ ਮਾਮਲੇ ਦੇ ਵਿੱਚ 60-40 ਦੀ ਰੇਸ਼ੋ ਸੀ, ਉਹ ਵੀ ਚੱਕੀ ਜਾ ਰਹੀ ਆ। ਚੰਡੀਗੜ੍ਹ ਟੈਂਪਰੇਰੀ ਯੂਟੀ ਬਣਾਇਆ ਸੀ, ਹੁਣ ਪੱਕੇ ਤੌਰ ਤੇ ਯੂਟੀ ਬਣਾਉਣ ਦੀਆਂ ਗੱਲਾਂ। BBMB ਦਾ ਮੁੱਦਾ ਗਰਮਾਇਆ ਹੋਇਆ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਤੇ ਦਿੱਲੀ ਦੇ CM ਦਾ ਇਸ ਮਸਲੇ ਤੇ ਕੋਈ ਪ੍ਰਤੀਕਰਮ ਨਹੀਂ ਆਇਆ। ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹਨਾਂ ਲੀਡਰਾਂ ਦੀ ਚੁੱਪ ਤੇ ਸਵਾਲ ਚੁੱਕੇ ਨੇ, ਨਾਲ ਹੀ ਸਾਰੀ ਪਾਰਟੀਆਂ ਨੂੰ ਇੱਕ ਹੋਣ ਦੀ ਅਪੀਲ ਵੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਮੁੱਢ ਤੋਂ ਹੀ ਕੇਂਦਰ ਦੀ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਦਖਲਅੰਦਾਜ਼ੀ ਦੇ ਵਿਰੋਧ 'ਚ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ ਚੁੱਪਧਾਰੀ ਬੈਠੇ ਨੇ। ਕੇਜਰੀਵਾਲ ਸਾਹਿਬ ਜਿਹੜੇ ਕਹਿੰਦੇ ਸੀ ਮੈਨੂੰ ਇੱਕ ਮੌਕਾ ਦਿਓ, ਉਹ ਬਿਲਕੁਲ ਚੁੱਪਟੀ ਬੈਠੇ ਨੇ। ਦੋਨਾਂ ਦੀ ਚੁੱਪ ਜਿਹੜੀ ਆ ਕਈ ਸਵਾਲ ਖੜੇ ਕਰ ਰਹੀ ਆ। ਉਧਰ ਇਲਜ਼ਾਮ ਭਾਜਪਾ ਦੇ ਲੱਗ ਰਹੇ ਨੇ ਤਾਂ ਪੰਜਾਬ ਭਾਜਪਾ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਦੇ ਟੱਚ ਵਿੱਚ ਆ। ਕੇਂਦਰ ਜੋ ਫੈਸਲਾ ਲਵੇਗਾ ਉਹ ਪੰਜਾਬ ਦੇ ਹਿੱਤ ਵਿੱਚ ਹੋਵੇਗਾ। केंद्र के पूरे संपर्क में है और मैं पूरे पंजाब को केवल आज इतना कह सकता हूं कि इसका समाधान पंजाब के हितों को ध्यान में रखकर बहुत जल्दी पंजाब बीजेपी अपने केंद्रीय नेतृत्व के साथ मिलकर निकालेगी। ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ, ਪਰ VOTING ਤੋਂ ਬਾਅਦ ਕੇਂਦਰ ਨੇ BBMB ਦੇ ਨਿਯਮਾਂ 'ਚ ਤਬਦੀਲੀ ਕੀਤੀ, ਜਿਸ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ। ਪਰ ਪੰਜਾਬ ਦੇ CM ਦਾ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ, ਜਿਸ ਨੂੰ ਲੈ ਕੇ ਸੁਨੀਲ ਜਾਖੜ ਨੇ ਵੀ ਸਵਾਲ ਚੁੱਕਿਆ ਸੀ। ਅਕਾਲੀ ਦਲ ਨੇ ਵੀ ਕੇਂਦਰ ਦੇ ਨਾਲ-ਨਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਨੇ। ਚੰਡੀਗੜ੍ਹ ਤੋਂ ਮਨੋਜ ਕੁਮਾਰ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਗੱਲ ਯੂਕਰੇਨ ਦੀ ਕਰਦੇ ਆ। ਖਾਰਕੀਵ 'ਚ ਫਸੇ ਭਾਰਤੀਆਂ ਦੇ ਲਈ ਰੱਖਿਆ ਮੰਤਰਾਲੇ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਰੱਖਿਆ ਮੰਤਰਾਲੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਜਿੰਨੇ ਵੀ ਸਟੂਡੈਂਟਸ ਨੇ ਜਾਂ ਜਿੰਨੇ ਵੀ ਭਾਰਤੀ ਨੇ ਉਹ ਆਪਣੇ ਜ਼ਰੂਰੀ ਕਾਗਜ਼ਾਤ ਆਪਣੇ ਕੋਲ ਰੱਖਣ। ਪਾਸਪੋਰਟ, ਦਵਾਈਆਂ, ਗਰਮ ਕੱਪੜੇ ਉਹਨਾਂ ਨੇ ਕਿਹਾ ਕਿ ਨਾਲ ਰੱਖੋ, ਔਰ ਨਾਲ ਦੀ ਨਾਲੇ ਵੀ ਕਿਹਾ ਕਿ ਜੋ ਯੂਜ਼ਲੈਸ ਐਪਸ ਨੇ, ਬੇਕਾਰ ਐਪਸ ਨੇ, ਉਹਨਾਂ ਨੂੰ ਮੋਬਾਈਲ 'ਚੋਂ ਡਿਲੀਟ ਕਰ ਦਿਓ, ਔਰ ਹਮਲਿਆਂ ਦੇ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਭਾਰਤੀਆਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਰੱਖਿਆ ਮੰਤਰਾਲੇ ਵੱਲੋਂ। ਤੇ ਜੰਗ ਕਾਰਨ ਹਜ਼ਾਰਾਂ ਲੋਕ ਯੂਕਰੇਨ ਛੱਡ ਕੇ ਦੂਜੇ ਦੇਸ਼ਾਂ 'ਚ ਪਲਾਇਨ ਕਰ ਰਹੇ ਨੇ। ਇਸ ਦਰਮਿਆਨ ਜਰਮਨੀ ਤੇ ਫਰਾਂਸ ਨੇ ਵੱਡਾ ਦਿਲ ਦਿਖਾਇਆ ਹੈ, ਔਰ ਉਧਰ ਇਸ ਵਿਚਾਲੇ ਰੂਸ ਨੂੰ ਆਪਣੇ ਹੀ ਦੇਸ਼ ਦੇ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੱਥਾਂ 'ਚ ਗੁਲਦਸਤੇ, ਤਖਤੀਆਂ ਅਤੇ ਜ਼ਰੂਰੀ ਵਸਤਾਂ ਲਈ ਖੜੇ ਇਹ ਲੋਕ ਜਰਮਨੀ ਦੇ ਸ਼ਹਿਰ ਬਰਲਿਨ ਦੇ ਵਾਸੀ ਨੇ, ਜਿਹੜੇ ਨਾ ਤਾਂ ਰੇਲਵੇ ਸਟੇਸ਼ਨ ਤੇ ਆਪਣੇ ਸਕੇ ਸੰਬੰਧੀਆਂ ਨੂੰ ਲੈਣ ਆਏ ਨੇ ਅਤੇ ਨਾ ਹੀ ਕਿਸੇ ਦੋਸਤ ਮਿੱਤਰਾਂ ਨੂੰ, ਸਗੋਂ ਇਹ ਲੋਕ ਰੇਲਵੇ ਸਟੇਸ਼ਨ ਤੇ ਯੂਕਰੇਨ ਛੱਡ ਕੇ ਆ ਰਹੇ ਲੋਕਾਂ ਲਈ ਆਏ ਨੇ। ਉਹਨਾਂ ਲਈ ਜ਼ਰੂਰੀ ਵਸਤਾਂ ਸਟੇਸ਼ਨ ਤੇ ਰੱਖੀਆਂ ਗਈਆਂ ਨੇ ਤਾਂ ਕਿ ਉਹ ਆਪਣੀ ਜ਼ਰੂਰਤ ਦਾ ਸਮਾਨ ਲੈ ਜਾ ਸਕਣ।
ਇਸ ਤੋਂ ਇਲਾਵਾ ਬੇਘਰਿਆਂ ਨੂੰ ਆਸਰਾ ਦੇਣ ਲਈ ਬਰਲਿਨ ਵਾਸੀਆਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਤੱਕ ਖੋਲ੍ਹ ਦਿੱਤੇ ਨੇ। Да, это точно. Да, не. Да, давай. ਮਦਦ ਦੀ ਗੱਲ ਆਈ ਤਾਂ ਫਰਾਂਸ ਨੇ ਵੀ ਵੱਖਰੇ ਤਰੀਕੇ ਨਾਲ ਯੂਕਰੇਨ ਦਾ ਸਮਰਥਨ ਕੀਤਾ ਹੈ। ਫਰਾਂਸ ਦੇ ਪੈਰਿਸ 'ਚ ਰੇਲਵੇ ਸਟੇਸ਼ਨ ਤੇ ਇੱਕ ਜਗ੍ਹਾ ਦਾ ਨਾਮ ਬਦਲ ਦਿੱਤਾ ਗਿਆ ਹੈ। ਕਿਹਾ ਗਿਆ ਹੈ ਕਿ ਫਰਾਂਸ ਵਾਸੀਆਂ ਨੇ ਯੂਰਪ ਨੂੰ ਜਾਣ ਵਾਲੀਆਂ ਰੇਲਾਂ ਨੂੰ ਦਰਸਾਉਂਦੀਆਂ ਤਖਤੀਆਂ ਤੇ ਹੁਣ ਇਕੱਲੇ ਯੂਰਪ ਦੀ ਥਾਂ ਤੇ ਯੂਰਪ ਯੂਕਰੇਨ ਕਰ ਦਿੱਤਾ ਹੈ। ਇੱਕ ਤਰ੍ਹਾਂ ਦਾ ਨਹੀਂ ਹੁੰਦਾ, ਇੱਕੋ ਥਾਂ ਤੇ ਰਹਿ ਕੇ ਵੀ ਸੋਚ ਵੱਖੋ ਵੱਖਰੀ ਹੋ ਸਕਦੀ ਹੈ। ਅਜਿਹਾ ਹੀ ਕੁਝ ਉਹਨਾਂ ਲੋਕਾਂ ਨੇ ਸਾਬਿਤ ਕੀਤਾ ਹੈ ਜਿਹੜੇ ਰੂਸੀ ਹਮਲਿਆਂ ਅਤੇ ਚੇਤਾਵਨੀਆਂ ਦੇ ਬਾਵਜੂਦ ਵੀ ਯੂਕਰੇਨੀਅਨ ਲੋਕਾਂ ਦੀ ਮਦਦ ਲਈ ਅੱਗੇ ਆਏ ਨੇ, ਫਿਰ ਭਾਵੇਂ ਉਹ ਕਿਸੇ ਵੀ ਦੇਸ਼ ਜਾਂ ਖਿੱਤੇ ਦੇ ਹੀ ਕਿਉਂ ਨਾ ਹੋਣ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਭਾਰਤ ਸਰਕਾਰ ਲਗਾਤਾਰ ਯੂਕਰੇਨ 'ਚ ਫਸੇ ਆਪਣੇ ਨਾਗਰਿਕਾਂ ਨੂੰ ਕੱਢ ਰਹੀ ਹੈ। ਹੁਣ ਤੱਕ ਹਜ਼ਾਰਾਂ ਵਿਦਿਆਰਥੀ ਸੁਰੱਖਿਅਤ ਆਪਣੇ ਘਰਾਂ ਨੂੰ ਪਰਤੇ ਨੇ, ਜਿਸ ਤੋਂ ਬਾਅਦ ਮਾਪਿਆਂ ਨੂੰ ਤਸੱਲੀ ਮਿਲੀ ਹੈ। ਇਹ ਪਰਿਵਾਰ ਸਰਕਾਰ ਦਾ ਸ਼ੁਕਰੀਆ ਅਦਾ ਕਰ ਰਹੇ ਨੇ। 5 ਤਸਵੀਰਾਂ ਅਸੀਂ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ। ਪੰਜਾਬ ਦੇ ਜਿਹੜੇ ਸਟੂਡੈਂਟਸ ਉੱਥੇ ਫਸੇ ਸੀ, ਬਠਿੰਡਾ, ਗੁਰਦਾਸਪੁਰ, ਮੋਹਾਲੀ, ਪਠਾਨਕੋਟ ਔਰ ਹਰਿਆਣਾ ਦੇ ਵਿੱਚ ਰੋਹਤਕ ਤੋਂ ਜਿਹੜੇ ਸਟੂਡੈਂਟਸ ਆਪਣੇ ਘਰ ਪਰਤੇ ਨੇ, ਆਪਣੇ ਪਰਿਵਾਰ, ਆਪਣੇ ਮਾਪਿਆਂ ਦੇ ਕੋਲ ਪਰਤੇ ਨੇ ਔਰ ਹੁਣ ਉਹਨਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਮਿਲ ਕੇ ਸੁੱਖ ਦਾ ਸਾਹ ਲਿਆ। Total number of Indians who have left Ukraine since our advisories were issued, we estimate is now near 18,000. Okay, so I think yesterday it was around nearly 17,000 and today is nearly 18. Yeah, today is about 18,000. We will have questions. Just let me. The pace of Operation Ganga continues to accelerate. During the last 24 hours, 15 flights landed in India. As you see, I think it was 3, 6 and then 9. So 15 flights in one day, bringing back more than 3,000 Indians. So with this, it takes the total number of flights under Operation Ganga to 30, if I remember correctly. And I think that so we have brought back around 6,400 Indian citizens. ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਹਰਿਆਣਾ ਦੇ ਪਾਣੀਪਤ ਤੋਂ ਕਾਮਯਾਬੀ ਦੀ ਕਹਾਣੀ ਲਿਖਣ ਵਾਲੇ ਕਿਸਾਨ ਦੀ ਦਾਸਤਾਨ। ਜਸਬੀਰ ਮਲਿਕ ਜਿਨ੍ਹਾਂ ਦਾ ਨਾਮ ਹੈ, ਕਿਵੇਂ ਬਣੇ ਨੇ ਬਾਕੀ ਕਿਸਾਨਾਂ ਦੇ ਲਈ ਪ੍ਰੇਰਨਾ ਸਰੋਤ, ਇਸ ਰਿਪੋਰਟ 'ਚ ਦੇਖੋ। ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦੇ ਪਿੰਡ ਉਗਰਾ ਖੇੜੀ ਵਿੱਚ ਆਪਣੇ ਖੇਤਾਂ ਵਿੱਚ ਲੇਬਰ ਨਾਲ ਕੰਮ ਕਰਾ ਰਹੇ ਇਹ ਨੇ ਜਸਬੀਰ ਸਿੰਘ ਮਲਿਕ। ਜਸਬੀਰ ਸਿੰਘ ਮਲਿਕ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਲਈ ਪੂਰੇ ਸੂਬੇ ਵਿੱਚ ਮਸ਼ਹੂਰ ਹੋ ਚੁੱਕੇ ਨੇ। ਅਜਿਹਾ ਹੋਵੇ ਵੀ ਕਿਉਂ ਨਾ, 40 ਕਿੱਲਿਆਂ ਤੋਂ ਵੱਧ ਪੈਲੀ ਤੇ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਜਸਬੀਰ ਹੁਣ ਸਿਰਫ ਇੱਕ ਕਿਸਾਨ ਨਹੀਂ ਪਰ ਇੱਕ ਉਦਾਹਰਣ ਬਣ ਚੁੱਕੇ ਨੇ। ਪਰ ਇਸ ਮੁਕਾਮ ਤੱਕ ਪਹੁੰਚਣਾ ਇੰਨਾ ਸੌਖਾ ਨਹੀਂ ਸੀ। 1988 ਵਿੱਚ ਇੱਕ ਆਮ ਕਿਸਾਨ ਵਜੋਂ ਸ਼ੁਰੂ ਹੋਇਆ ਜਸਬੀਰ ਮਲਿਕ ਦਾ ਸਫ਼ਰ ਇੱਥੇ ਤੱਕ ਕਿਵੇਂ ਪਹੁੰਚਿਆ, ਇਹ ਉਹਨਾਂ ਦੀ ਜ਼ੁਬਾਨੀ ਸੁਣੋ। मैं शुरू से 5-7 किले खेती करता था। 88 से लग गया था खेती करने। पहले में इतनी नहीं प्रोग्रेस थी, मैं फिर हॉर्टिकल्चर के साथ जुड़ गया। उनने काफ़ी मदद देने लगे, वो बागवानी विभाग से काफ़ी मदद मिली हमने। ਜਸਬੀਰ ਸਿੰਘ ਮਲਿਕ ਹੁਣ ਸਿਰਫ ਇੱਕ ਕਿਸਾਨ ਨਹੀਂ ਸਗੋਂ ਹੋਰਨਾਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੀ ਸ਼ਖਸੀਅਤ ਬਣ ਗਏ ਨੇ। ਕੁੱਲ 45 ਕਿੱਲੇ ਜ਼ਮੀਨ ਦੇ ਮਾਲਕ ਜਸਬੀਰ 43 ਕਿੱਲਿਆਂ ਵਿੱਚ ਕਰ ਰਹੇ ਨੇ ਸਬਜ਼ੀਆਂ ਦੀ ਕਾਸ਼ਤ। ਲਿੰਕ ਸਿੱਧੇ ਕੰਪਨੀਆਂ ਦੇ ਨਾਲ ਬਣ ਚੁੱਕੇ ਨੇ ਤੇ ਇਸੇ ਕਰਕੇ ਜਸਬੀਰ ਸਿੰਘ ਰੱਖ ਰਹੇ ਨੇ ਲੇਬਰ ਨੂੰ ਵੀ ਖੁਸ਼ਹਾਲ। 45 किले सब्जी का कई कंपनियों से सेटलमेंट है मेरी, जैसे बिग बाजार हो गया, बिग बास्केट हो गया, एमजॉन हो गया, रिलायंस होगी, मदर डेयरी होगी। मदर डेयरी से 2 दिन से जुड़ रहा हूँ। इसकी अगर जो 20-20 क्विंटल की प्याज की खपत थी तो मैं अकेला 20 क्विंटल प्याज अकेला देता था उसको। 70-80 लेबर हैं, सब खुशहाल हैं, किसी को नू नहीं है कि भाई कोई क्या की बाबत दुखी हो।
हर आदमी को सारी चीज की मदद देता हूँ। बाकी बड़ा अच्छा काम चल रहा है। ਹੁਣ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਜਸਬੀਰ ਮਲਿਕ ਦੀ ਇਸ ਕਿੱਤੇ ਨਾਲ ਕਿੰਨੀ ਆਮਦਨ ਹੈ ਤਾਂ ਹੈਰਾਨ ਨਾ ਹੋਣਾ ਜੋ ਜਸਬੀਰ ਸਿੰਘ ਦੱਸਣ ਜਾ ਰਹੇ ਨੇ ਉਸ ਨੂੰ ਸੁਣ ਕੇ। कोई दिन ऐसा नहीं होता जिस दिन मंडी में नहीं जाते हो दोनों ट्रैक्टर, पूरी सब्जी भर के चलती है। डेली की डेली 20-30 हजार की, 50 हजार की, लाख की सब्जी जाती है डेली की डेली। ਸੋ ਸੁਣਿਆ ਤੁਸੀਂ, ਹਜ਼ਾਰਾਂ ਤੋਂ ਲੈ ਕੇ 1 ਲੱਖ ਰੁਪਏ ਤੱਕ ਰੋਜ਼ਾਨਾ ਦੀ ਸੇਲ ਹੈ ਜਸਬੀਰ ਸਿੰਘ ਮਲਿਕ ਦੀ ਸਬਜ਼ੀਆਂ ਦੀ ਤੇ ਇਹ ਸਭ ਮੁਮਕਿਨ ਹੋਇਆ ਹੈ ਇੱਕ ਨਵੀਂ ਸੋਚ ਨੂੰ ਅਪਣਾ ਕੇ। ਬਦਲਾਅ ਦੀ ਇਹ ਤਸਵੀਰ ਆਪਣੇ ਆਪ ਵਿੱਚ ਦੇਸ਼ ਦੇ ਕਿਸਾਨਾਂ ਲਈ ਪ੍ਰੇਰਣਾ ਬਣ ਸਕਦੀ ਹੈ। ਪਾਣੀਪਤ ਤੋਂ ਸੁਮਿਤ ਭਾਰਦਵਾਜ, ਨਿਊਜ਼ 18 ਪੰਜਾਬ। ਤੇ ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਛੋਟਾ ਜਿਹਾ ਬ੍ਰੇਕ।